हाँ जी स्टूडेंट्स, ਅੱਜ ਆਪਾਂ ਆਪਣੇ ਸਿਲੇਬਸ ਦੀ ਦੂਸਰੀ ਪੋਇਮ ਔਨ ਫਰੈਂਡਸ਼ਿਪ ਉਸ ਬਾਰੇ ਸਟੱਡੀ ਕਰਾਂਗੇ। ਇਸ ਪੋਇਮ ਨੂੰ ਖਲੀਲ ਜਿਬਰਾਨ ਜੀ ਨੇ ਲਿਖਿਆ ਹੋਇਆ ਹੈ। ਖਲੀਲ ਜਿਬਰਾਨ ਜੀ ਦੀ ਇਹ ਜਿਹੜੀ ਪੋਇਮ ਹੈ ਇਹ ਬਹੁਤ ਹੀ ਸਿੰਪਲ ਪੋਇਮ ਹੈ, ਪਰ ਇਸ ਦਾ ਜੋ ਮੈਸੇਜ ਹੈ ਉਹ ਬਹੁਤ ਹੀ ਜ਼ਿਆਦਾ ਡੂੰਘਾ ਹੈ। ਪੋਇਮ ਨੂੰ ਸਟਾਰਟ ਕਰਨ ਤੋਂ ਪਹਿਲਾਂ ਥੋੜੀ ਜਿਹੀ ਪੋਇਮ ਦੀ ਬੈਕਗਰਾਉਂਡ ਬਾਰੇ ਤੁਹਾਨੂੰ ਦੱਸ ਦਵਾਂ ਕਿ ਇਹ ਜਿਹੜੀ ਔਨ ਫਰੈਂਡਸ਼ਿਪ ਪੋਇਮ ਹੈ ਇਹ ਖਲੀਲ ਜਿਬਰਾਨ ਜੀ ਦੀ ਬੁੱਕ ਹੈ ਦ ਪ੍ਰੋਫਿਟ, ਇਹ ਉਸ ਚੋਂ ਲਈ ਗਈ ਹੈ। ਹੁਣ ਇਹ ਜਿਹੜੀ ਦਾ ਪ੍ਰੋਫਿਟ ਬੁੱਕ ਹੈ ਇਹਨਾਂ ਨੇ 1923 ਵਿੱਚ ਲਿਖੀ ਸੀ ਤੇ ਇਸ ਬੁੱਕ ਦੇ ਵਿੱਚ ਇੱਕ ਕਰੈਕਟਰ ਨੇ ਅਲ ਮੁਸਤਫਾ, ਮੈਂ ਇੱਥੇ ਨਾਮ ਲਿਖ ਦੇਣਾ ਉਹਨਾਂ ਦਾ, ਅਲ ਮੁਸਤਫਾ, ਜਿਹਦੇ ਵਿੱਚ ਅਲ ਮੁਸਤਫਾ ਦਾ ਪ੍ਰੋਫਿਟ ਦਾ ਕਰੈਕਟਰ ਨਿਭਾਉਂਦੇ ਨੇ। ਦਾ ਪ੍ਰੋਫਿਟ ਕੀ ਹੁੰਦੇ ਆ, ਪੰਜਾਬੀ ਚ ਆਪਾਂ ਉਹਨਾਂ ਨੂੰ ਕਹਿੰਦੇ ਆ ਦਾ ਪੈਗੰਬਰ। ਪੈਗੰਬਰ ਉਹ ਇਨਸਾਨ ਜੋ ਇੱਕ ਆਮ ਇਨਸਾਨ ਨਾਲੋਂ ਜ਼ਿਆਦਾ ਨੌਲੇਜ ਰੱਖਦਾ ਹੋਵੇ, ਜਿਸ ਨੂੰ ਜ਼ਿਆਦਾ ਸੋਝੀ ਹੋਵੇ। ਹੁਣ ਇਹ ਜਿਹੜੇ ਅਲ ਮੁਸਤਫਾ ਨੇ ਇਹ ਇੱਕ ਆਪਣੇ ਘਰ ਤੋਂ 12 ਸਾਲ ਦੂਰ ਰਹਿੰਦੇ ਆ ਕਿਸੇ ਜਗ੍ਹਾ ਤੇ। 12 ਸਾਲ ਬਾਅਦ ਉਹ ਆਪਣੇ ਘਰ ਵਾਪਸ ਜਾ ਰਹੇ ਨੇ ਤੇ ਘਰ ਜਾਂਦੇ, ਜਦੋਂ ਉਹ ਘਰ ਵਾਪਸ ਜਾਣ ਲੱਗਦੇ ਨੇ, ਜਿਹੜਾ ਸ਼ਿਪ ਹੁੰਦਾ ਸਮੁੰਦਰੀ ਜਹਾਜ਼, ਉਸ ਦੇ ਉੱਪਰ ਉਹ ਚੜ੍ਹਨ ਲੱਗਦੇ ਨੇ ਜਾਣ ਦੇ ਲਈ, ਤਾਂ ਉਹਨਾਂ ਨੂੰ ਕੁਛ ਗਰੁੱਪ ਆਫ ਪੀਪਲ, ਕੁਛ ਲੋਕ ਉਹਨਾਂ ਨੂੰ ਰੋਕ ਲੈਂਦੇ ਨੇ ਤੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਦੇ ਨੇ। ਜਿਵੇਂ ਕਿ ਉਹਨਾਂ ਨੂੰ ਕੁਐਸਚਨ ਕੀਤਾ ਜਾਂਦਾ ਹੈ ਕਿ ਜ਼ਿੰਦਗੀ ਕੀ ਹੈ, ਵਾਟ ਇਜ਼ ਲਾਈਫ, ਵਾਟ ਇਜ਼ ਹਿਊਮਨ। ਤਾਂ ਇਸੇ ਤਰ੍ਹਾਂ ਦਾ ਇੱਕ ਸਵਾਲ ਉਹਨਾਂ ਨੂੰ ਕੀਤੀ ਜਾਂਦੀ ਹੈ ਕਿ ਵਾਟ ਇਜ਼ ਦਾ ਮੀਨਿੰਗ ਆਫ ਫਰੈਂਡਸ਼ਿਪ। ਤਾਂ ਜਦੋਂ ਉਹ ਫਰੈਂਡਸ਼ਿਪ ਦੇ ਮੀਨਿੰਗ ਦੱਸਦੇ ਨੇ ਤਾਂ ਉਦੋਂ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਉਹ ਸਾਰੀਆਂ ਗੱਲਾਂ ਤੁਹਾਨੂੰ ਇਸ ਪੋਇਮ ਦੇ ਵਿੱਚ ਸ਼ਾਮਿਲ ਕਰਕੇ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਗਈਆਂ ਨੇ। ਤਾਂ ਮੇਰਾ ਮੰਤਵ ਇਹ ਸੀ ਤੁਹਾਨੂੰ ਇਸ ਬੈਕਗਰਾਉਂਡ ਬਾਰੇ ਦੱਸਣ ਦਾ ਕਿ ਇਹ ਜਿਹੜੀ ਬੁੱਕ ਹੈ ਇਹ ਬੇਸਿਕਲੀ ਇੱਕ ਪ੍ਰੋਫਿਟ ਹੈ ਜਿਹਦਾ ਨਾਮ ਹੈ ਅਲ ਮੁਸਤਫਾ, ਜਿਨ੍ਹਾਂ ਨੇ ਬਹੁਤ ਸਾਰੀ ਲਾਈਫ ਦੀਆਂ ਜੋ ਗੱਲਾਂ ਨੇ ਉਹਨਾਂ ਤੇ ਜ਼ਿਕਰ ਕੀਤਾ ਹੈ ਤੇ ਉਹ ਗੱਲਾਂ ਦੇ ਵਿੱਚੋਂ ਫਰੈਂਡਸ਼ਿਪ ਵਾਲੀਆਂ ਜਿਹੜੀਆਂ ਉਹਨਾਂ ਦੇ ਵਿਚਾਰ ਨੇ ਉਹ ਲਏ ਗਏ ਨੇ। ਹੁਣ ਇਸ ਪੋਇਮ ਦੇ ਵਿੱਚ, ਇਹ ਜਿਹੜੀ ਸਿੰਪਲ ਜੀ ਪੋਇਮ ਹੈ, ਇਸ ਪੋਇਮ ਦੇ ਵਿੱਚ ਪੋਇਟ ਨੇ ਕੀ ਕੀਤਾ ਹੈ ਕਿ ਐਕਸਟੋਲਸ ਦਾ ਵਰਚੂਜ਼ ਐਂਡ ਐਡਵਾਂਟੇजेस ਆਫ ਹੈਵਿੰਗ ਫਰੈਂਡਸ। ਤਾਂ ਉਸਨੇ ਕਿਹਾ ਕਿ ਜਦੋਂ ਸਾਡੇ ਦੋਸਤ ਹੁੰਦੇ ਨੇ, ਵਧੀਆ ਦੋਸਤ ਹੁੰਦੇ ਨੇ, ਤੇ ਉਸ ਦੋਸਤੀ ਜਿਹੜੀ ਸਾਡੀ ਉਹਨਾਂ ਨਾਲ ਹੁੰਦੀ ਹੈ ਉਸਦੇ ਕੀ ਵਰਚੂਜ਼ ਨੇ, ਕੀ ਗੁਣ ਨੇ ਤੇ ਕੀ ਸਾਨੂੰ ਫਾਇਦੇ ਨੇ। ਤਾਂ ਉਸ ਦੇ ਬਾਰੇ ਉਹਨਾਂ ਨੇ ਉਸ ਨੂੰ ਬਹੁਤ ਹੀ ਜ਼ਿਆਦਾ ਪ੍ਰੇਜ਼ ਕੀਤਾ। ਐਕਸਟੋਲ ਦਾ ਮਤਲਬ ਹੁੰਦਾ ਜਦੋਂ ਆਪਾਂ ਬਹੁਤ ਜ਼ਿਆਦਾ ਕਿਸੇ ਦੀ ਪ੍ਰਸ਼ੰਸਾ ਕਰਦੇ ਹਾਂ। ਤਾਂ ਬੱਚਿਓ, ਪੋਇਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਾਂਗਾ ਕਿ ਅੱਜ ਕੱਲ੍ਹ ਫਰੈਂਡਸ਼ਿਪ ਨਾਂ ਦਾ ਜਿਹੜਾ ਸ਼ਬਦ ਹੈ ਨਾ, ਇਸ ਨੂੰ ਬਹੁਤ ਹੀ ਹਲਕੇ ਤੌਰ ਤੇ ਲਿਆ ਜਾਂਦਾ ਹੈ, ਪਰ ਇਹ ਪੋਇਮ ਸਾਡੀਆਂ ਅੱਖਾਂ ਖੋਲ੍ਹਦੀ ਹੈ ਕਿ ਫਰੈਂਡਸ਼ਿਪ ਦਾ ਅਸਲੀ ਮਤਲਬ ਹੁੰਦਾ ਕੀ ਹੈ। ਚਲੋ ਪਹਿਲਾਂ ਆਪਾਂ ਇਹ ਪੋਇਮ ਪੜ੍ਹਦੇ ਹਾਂ, ਫਿਰ ਸਾਨੂੰ ਇਹ ਸਾਰੀਆਂ ਗੱਲਾਂ ਕਲੀਅਰ ਹੋਣਗੀਆਂ ਕਿ ਆਮ ਲੈਂਗੁਏਜ ਦੇ ਵਿੱਚ ਫਰੈਂਡਸ਼ਿਪ ਨੂੰ ਕੀ ਮੰਨਿਆ ਜਾਂਦਾ ਹੈ, ਪਰ ਐਕਚੁਅਲ ਮਤਲਬ ਫਰੈਂਡਸ਼ਿਪ ਦਾ ਹੈ ਕੀ ਹੈ। ਤਾਂ ਪੋਇਮ ਸ਼ੁਰੂ ਕਰਨ ਤੋਂ ਪਹਿਲਾਂ ਬੱਚਿਓ ਆਪਾਂ ਥੋੜ੍ਹਾ ਜਿਹਾ ਇਸ ਪੋਇਮ ਦੇ ਸਟਰਕਚਰ ਬਾਰੇ ਸਮਝ ਲਈਏ। ਇਹ ਪੋਇਮ ਦੇ ਵਿੱਚ ਟੋਟਲ 22 ਲਾਈਨਸ ਹੈ, ਟੋਟਲ 22 ਲਾਈਨਾਂ ਨੇ। ਹਾਲਾਂਕਿ ਪੋਇਟ ਨੇ ਕਿਸੇ ਤਰੀਕੇ ਦੀ ਇਸ ਦੇ ਸਟੈਂਜ਼ੇ ਨਹੀਂ ਬਣਾਏ, ਪਰ ਚਲੋ ਅਸੀਂ ਪੋਇਮ ਨੂੰ ਸਮਝਣ ਦੇ ਲਈ ਅਸੀਂ ਇਸ ਦੇ ਸਟੈਂਜ਼ੇ ਬਣਾ ਲੈਂਦੇ ਹਾਂ। ਤਾਂ ਪਹਿਲੇ ਸਟੈਂਜ਼ੇ ਦੇ ਵਿੱਚ ਅਸੀਂ ਇਹ ਲਾਈਨਸ ਡਿਸਕਸ ਕਰਾਂਗੇ, ਇਹ ਵਾਲੇ ਪਹਿਲੇ ਸਟੈਂਜ਼ੇ 'ਚ ਡਿਸਕਸ ਕਰਾਂਗੇ ਤੇ ਉਸ ਤੋਂ ਬਾਅਦ ਜਿਹੜੀਆਂ ਆਹ ਲਾਈਨਸ ਚੱਲ ਰਹੀਆਂ ਨੇ ਤੇ ਇਹ ਲਾਈਨਾਂ ਅੱਗੇ ਤੱਕ ਜਾਂਦੀਆਂ ਨੇ ਤੇ ਇਹ ਲਾਈਨਾਂ ਅਸੀਂ ਡਿਸਕਸ ਕਰਾਂਗੇ ਸੈਕਿੰਡ ਸਟੈਂਜ਼ੇ 'ਚ, ਇੱਥੋਂ ਲੈ ਕੇ ਇਹ ਇੱਥੇ ਤੱਕ। ਤੇ ਫਿਰ ਬਾਕੀ ਦੀਆਂ ਲਾਈਨਾਂ ਅਸੀਂ ਜਿਹੜਾ ਹੈ ਇਹ ਥਰਡ ਸਟੈਂਜ਼ੇ ਦੇ ਵਿੱਚ ਡਿਸਕਸ ਕਰਾਂਗੇ। ਤਾਂ ਚਲੋ ਅਸੀਂ ਪੋਇਮ ਸਟਾਰਟ ਕਰਦੇ ਹਾਂ। ਪੋਇਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਵੀ ਦੱਸਦਾ ਕਿ ਇਹ ਜਿਹੜੀ ਪੋਇਮ ਹੈ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰਾਈਮਿੰਗ ਸਕੀਮ ਨਹੀਂ ਹੈ। ਜੇ ਤੁਸੀਂ ਲੱਭਣ ਦੀ ਕੋਸ਼ਿਸ਼ ਕਰੋ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਰਾਈਮ ਨਹੀਂ ਮਿਲੇਗੀ ਤੇ ਸਾਰੀ ਪੋਇਮ ਫਸਟ ਪਰਸਨ ਦੇ ਤੌਰ ਤੇ ਲਿਖੀ ਗਈ ਹੈ। ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਕਿ ਜਿਹੜੀ ਪੋਇਮ ਹੈ ਅਲ ਮੁਸਤਫਾ ਜੋ ਪ੍ਰੋਫਿਟ ਨੇ, ਉਹ ਕਿਸੇ ਦੇ ਕੁਐਸਚਨ ਦਾ ਜਵਾਬ ਦਿੱਤਾ ਉਹਨਾਂ ਨੇ ਕਿ ਫਰੈਂਡਸ਼ਿਪ ਕੀ ਹੈ ਤੇ ਉਹਦੇ ਆਨਸਰ 'ਚ ਇਹ ਸਾਰੀਆਂ ਗੱਲਾਂ ਕਹਿੰਦੇ ਨੇ ਤੇ ਇਕੱਲੇ ਉਹੀ ਬੋਲ ਰਹੇ ਨੇ, ਉਹਨਾਂ ਨੂੰ ਕੋਈ ਹੋਰ ਇਸ ਪੋਇਮ ਦੇ ਵਿੱਚ ਕੋਈ ਟੋਕਦਾ ਨਹੀਂ, ਕੋਈ ਕੁਐਸਚਨ ਨਹੀਂ ਕਰਦਾ। ਤਾਂ ਉਹ ਸਾਰੀਆਂ ਗੱਲਾਂ ਉਹਨਾਂ ਨੇ ਕਹੀਆਂ। ਤਾਂ ਫਸਟ ਪਰਸਨ ਨੈਰੇਟਿਵ ਦੇ ਹਿਸਾਬ ਨਾਲ ਇਹ ਪੋਇਮ ਲਿਖੀ ਗਈ ਹੈ। ਤਾਂ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਉਹਨਾਂ ਨੂੰ ਇੱਕ ਨੌਜਵਾਨ ਪੁੱਛਦਾ ਹੈ ਕਿ ਸਪੀਕ ਟੂ ਅਸ ਆਫ ਫਰੈਂਡਸ਼ਿਪ, ਕਿ ਸਾਨੂੰ ਤੁਸੀਂ ਫਰੈਂਡਸ਼ਿਪ ਬਾਰੇ ਦੱਸੋ ਕਿ ਫਰੈਂਡਸ਼ਿਪ ਹੁੰਦੀ ਕੀ ਹੈ। ਤਾਂ ਹੁਣ ਇੱਥੋਂ ਆਨਸਰ ਸਟਾਰਟ ਹੋ ਜਾਂਦਾ ਹੈ ਜੀ ਪ੍ਰੋਫਿਟ ਦਾ। ਉਹ ਕਹਿੰਦੇ ਪਹਿਲੀ ਲਾਈਨ ਦੇਖੋ ਕਿੰਨੀ ਅੱਛੀ ਹੈ ਕਿ ਯੂਅਰ ਫਰੈਂਡ ਇਜ਼ ਯੂਅਰ ਨੀਡਸ ਆਨਸਰਡ, ਕਿ ਤੁਹਾਡਾ ਜਿਹੜਾ ਦੋਸਤ ਹੈ ਨਾ
ਉਹ ਤੁਹਾਡੀਆਂ ਜ਼ਰੂਰਤਾਂ ਦਾ ਆਨਸਰ ਹੈ। ਮਤਲਬ ਕਿ ਜਦੋਂ ਤੁਹਾਨੂੰ ਜ਼ਰੂਰਤ ਹੁੰਦੀ ਹੈ ਤੁਹਾਡਾ ਦੋਸਤ ਤੁਹਾਡੇ ਨਾਲ ਖੜਦਾ ਹੈ, ਇਹ ਫਰੈਂਡਸ਼ਿਪ ਹੈ। ਪਹਿਲਾ ਜੋ ਉਹ ਆਪਣੇ ਫਰੈਂਡਸ਼ਿਪ ਬਾਰੇ ਉਹਨਾਂ ਨੇ ਵਿਚਾਰ ਦੱਸੇ ਨੇ ਉਹ ਇਹ ਨੇ ਕਿ ਹਮੇਸ਼ਾ ਤੁਹਾਨੂੰ ਕੋਈ ਜ਼ਰੂਰਤ ਜਦ ਕਿਸੇ ਤਰ੍ਹਾਂ ਦੀ ਜ਼ਰੂਰਤ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਕੌਣ ਖੜਦਾ ਹੈ ਕਿ ਤੁਹਾਡਾ ਫਰੈਂਡ ਹੀ ਖੜਦਾ ਹੈ। ਫਿਰ ਅਗਲੀ ਲਾਈਨ ਦੇ ਵਿੱਚ ਕਵੀ ਕਹਿੰਦਾ ਹੈ ਕਿ ਜਿਸ ਤਰ੍ਹਾਂ ਕੋਈ ਕਿਸਾਨ ਹੁੰਦਾ ਹੈ, ਉਹ ਆਪਣੀ ਫਸਲ ਬੀਜਦਾ ਹੈ। ਸੋ ਦਾ ਮਤਲਬ ਤੁਹਾਨੂੰ ਪਤਾ ਹੈ ਕਿ ਕੋਈ ਬੀਜ ਬੀਜਣੇ ਤੇ ਫਿਰ ਉਸ ਤੋਂ ਬਾਅਦ ਉਸ ਨੂੰ ਫਸਲ ਨੂੰ ਕੱਟਦਾ ਹੈ। ਬਿਲਕੁਲ ਉਸੇ ਤਰ੍ਹਾਂ ਜਦੋਂ ਅਸੀਂ ਆਪਣੇ ਫਰੈਂਡ ਨੂੰ ਬਹੁਤ ਹੀ ਪਿਆਰ ਸਤਿਕਾਰ ਦਿੰਦੇ ਹਾਂ, ਬਹੁਤ ਹੀ ਜ਼ਿਆਦਾ ਉਸਦਾ ਆਦਰ ਮਾਣ ਕਰਦੇ ਹਾਂ, ਤਾਂ ਬਦਲੇ 'ਚੋਂ ਸਾਨੂੰ ਥੈਂਕਸ ਗਿਵਿੰਗ ਮਿਲਦੀਆਂ ਨੇ ਨਾ। ਉਹ ਥੈਂਕਸ ਗਿਵਿੰਗ ਦਾ ਮਤਲਬ ਹੁੰਦਾ ਜਿਵੇਂ ਸ਼ੁਕਰਾਨਾ। ਜਿਵੇਂ ਸਪੋਜ਼ ਕਰੋ ਅਸੀਂ ਕਿਸੇ ਨੇ ਸਾਡਾ ਕੋਈ ਕੰਮ ਕਰਿਆ ਤਾਂ ਅਸੀਂ ਉਹਦੇ ਸ਼ੁਕਰਗੁਜ਼ਾਰ ਹੁੰਦੇ ਹਾਂ। ਇਸੇ ਤਰ੍ਹਾਂ ਫਰੈਂਡ ਜਿਹੜਾ ਹੈ ਉਹ ਸਾਡਾ ਸ਼ੁਕਰਗੁਜ਼ਾਰ ਹੁੰਦਾ ਹੈ ਕਿਉਂਕਿ ਅਸੀਂ ਉਸਨੂੰ ਪਿਆਰ ਦਿੱਤਾ ਹੈ, ਉਸਨੂੰ ਬਹੁਤ ਹੀ ਜ਼ਿਆਦਾ ਰਿਸਪੈਕਟ ਦਿੱਤੀ ਹੈ। ਬੱਚਿਓ ਇਸ ਲਾਈਨ ਦੇ ਵਿੱਚ ਤੁਸੀਂ ਨੋਟ ਕਰੋਗੇ ਕਿ ਪੋਇਟ ਨੇ ਫਰੈਂਡ ਨੂੰ ਇੱਕ ਫੀਲਡ ਦੇ ਨਾਲ ਕੰਪੈਰੀਜ਼ਨ ਕੀਤਾ ਹੈ ਕਿ ਹੀ ਇਜ਼ ਯੋਰ ਫੀਲਡ। ਉਹ ਫੀਲਡ ਕਿਹੜਾ ਹੈ? ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਵੇਂ ਕਿਸਾਨ ਫੀਲਡ ਦੇ ਵਿੱਚ ਬੀਜ ਬੋਂਦਾ ਹੈ, ਫਿਰ ਫਸਲ ਤਿਆਰ ਹੁੰਦੀ ਹੈ, ਤਾਂ ਇਸੇ ਤਰ੍ਹਾਂ ਜਦੋਂ ਤੁਸੀਂ ਕੋਈ ਆਪਣਾ ਫਰੈਂਡ ਬਣਾਉਂਦੇ ਹੋ, ਉਸ ਨੂੰ ਰਿਸਪੈਕਟ ਦਿੰਦੇ ਹੋ, ਪਿਆਰ ਦਿੰਦੇ ਹੋ, ਤਾਂ ਬਦਲੇ ਦੇ ਵਿੱਚ ਉਹ ਹਮੇਸ਼ਾ ਤੁਹਾਡਾ ਸ਼ੁਕਰਗੁਜ਼ਾਰ ਰਹਿੰਦਾ ਹੈ। ਤਾਂ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਪੋਇਟ ਨੇ ਮੈਟਾਫੋਰ ਯੂਜ਼ ਕੀਤਾ ਹੈ। ਅਸੀਂ ਇਹ ਚੀਜ਼ ਕਹਿ ਸਕਦੇ ਹਾਂ। ਮੈਟਾਫੋਰ ਤੁਹਾਨੂੰ ਪਤਾ ਇੱਕ ਤਰ੍ਹਾਂ ਦਾ ਕੰਪੈਰੀਜ਼ਨ ਹੁੰਦਾ ਹੈ, ਇਨਡਾਇਰੈਕਟ ਕੰਪੈਰੀਜ਼ਨ ਹੁੰਦਾ ਹੈ। ਇੱਥੇ ਕਵੀ ਨੇ ਫਰੈਂਡ ਨੂੰ ਕਿਹਦੇ ਨਾਲ ਕੰਪੈਰੀਜ਼ਨ ਕੀਤਾ? ਫੀਲਡ ਦੇ ਨਾਲ। ਤਾਂ ਬੱਚਿਓ ਮੈਂ ਤੁਹਾਨੂੰ ਬੜੀ ਹੀ ਡਿਟੇਲ ਦੇ ਵਿੱਚ ਜਿਹੜੀਆਂ ਪੋਇਟਿਕ ਡਿਵਾਈਸਿਸ ਨੇ ਸਮਝਾਈਆਂ ਨੇ ਆਪਣੇ ਪ੍ਰੀਵੀਅਸ ਲੈਸਨਸ ਦੇ ਵਿੱਚ। ਮੈਂ ਉਸਦਾ ਲਿੰਕ ਤੁਹਾਨੂੰ ਉੱਪਰ ਦੇ ਰਿਹਾ ਹਾਂ। ਉਸ ਦੇ ਵਿੱਚ ਤੁਹਾਨੂੰ ਮੈਟਾਫੋਰ ਕੀ ਹੁੰਦੇ ਹੈ ਜਾਂ ਪਰਸੋਨੀਫਿਕੇਸ਼ਨ ਕੀ ਹੁੰਦੀ ਹੈ, ਐਲੀਟ੍ਰੇਸ਼ਨ ਜਾਂ ਸਿਮਿਲੀ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕਲੀਅਰ ਹੋ ਜਾਣਗੀਆਂ। ਅਗਲੀ ਲਾਈਨ ਦੇ ਵਿੱਚ ਫਿਰ ਮੈਟਾਫੋਰ ਯੂਜ਼ ਹੁੰਦਾ ਹੈ, ਕਹਿੰਦੇ ਐਂਡ ਹੀ ਇਜ਼ ਯੋਰ ਬੋਰਡ ਐਂਡ ਯੋਰ ਫਾਇਰ ਸਾਈਡ। ਤਾਂ ਉਹ ਕਹਿੰਦੇ ਵੀ ਇੱਥੇ ਨਾ ਕਵੀ ਨੇ ਇੱਕ ਆਪਣੇ ਸੱਚੇ ਦੋਸਤ ਨੂੰ ਇੱਕ ਇਨ ਦਾ ਮਤਲਬ ਤੁਸੀਂ ਸਮਝਦੇ ਹੋ, ਜਿਸ ਜਗ੍ਹਾ ਤੇ ਜਾ ਕੇ ਆਪਾਂ ਰਾਤ ਨੂੰ ਠਹਿਰਦੇ ਹਾਂ, ਜਿਹਨੂੰ ਪੰਜਾਬੀ 'ਚ ਸਰਾਂ ਵੀ ਕਹਿੰਦੇ ਨੇ, ਧਰਮਸ਼ਾਲਾ ਵਗੈਰਾ ਟਾਈਪ, ਤਾਂ ਉਸ ਦੇ ਨਾਲ ਉਸ ਨੂੰ ਕੰਪੈਰੀਜ਼ਨ ਕੀਤਾ ਹੈ। ਕਹਿੰਦੇ ਮੰਨ ਲਓ ਤੁਸੀਂ ਬਹੁਤ ਜ਼ਿਆਦਾ ਥੱਕੇ ਹੋਏ ਹੋਵੋ, ਤਾਂ ਤੁਸੀਂ ਕਿਤੇ ਜਾ ਕੇ ਤੁਸੀਂ ਰੈਸਟ ਕਰਨੀ ਹੋਵੇ, ਤਾਂ ਤੁਸੀਂ ਆਪਣੇ ਫਰੈਂਡ ਦੇ ਘਰ ਜਾਂਦੇ ਹੋ, ਠੀਕ ਹੈ। ਤਾਂ ਤੁਸੀਂ ਉਸ ਟਾਈਮ ਜਾ ਕੇ ਫਰੈਂਡ ਤੁਹਾਡੇ ਲਈ ਬੋਰਡ ਦਾ ਕੰਮ ਕਰਦਾ ਹੈ ਤੇ ਫਾਇਰ ਸਾਈਡ ਦਾ ਕੰਮ ਕਰਦਾ ਨਾ। ਬੋਰਡ ਦਾ ਮਤਲਬ ਹੁੰਦਾ ਹੈ ਕਿ ਸਪੋਜ਼ ਕਰੋ ਆਪਾਂ ਕਿਤੇ ਜਾ ਕੇ ਰਹੀਏ, ਆਪਾਂ ਉੱਥੇ ਪੇਮੈਂਟ ਦਈਏ ਤੇ ਆਪਾਂ ਨੂੰ ਰਾਤ ਗੁਜ਼ਾਰਨ ਲਈ ਜਾਂ ਕੁਝ ਸਮਾਂ ਗੁਜ਼ਾਰਨ ਲਈ ਜਗ੍ਹਾ ਮਿਲੇ, ਉਸ ਨੂੰ ਬੋਰਡਿੰਗ ਕਹਿੰਦੇ ਆ। ਇਸੇ ਤਰ੍ਹਾਂ ਫਾਇਰ ਸਾਈਡ ਦੇ ਕੋਲੇ ਰਹਿ ਕੇ ਸਾਨੂੰ ਬੜਾ ਨਿੱਘ ਮਿਲਦਾ। ਤਾਂ ਇੱਥੇ ਕਵੀ ਇਹ ਕਹਿਣਾ ਚਾਹੁੰਦਾ ਹੈ ਕਿ ਜਿਹੜਾ ਤੁਹਾਡਾ ਫਰੈਂਡ ਹੈ, ਉਹ ਜਿਸ ਟਾਈਮ ਤੁਸੀਂ ਥੱਕੇ ਹੁੰਦੇ ਹੋ, ਟੁੱਟੇ ਹੁੰਦੇ ਹੋ, ਲਾਚਾਰ ਟਾਈਪ ਹੁੰਦੇ ਹੋ, ਜਦੋਂ ਤੁਹਾਡੇ ਕੋਲੇ ਬਹੁਤ ਜ਼ਿਆਦਾ ਤੁਸੀਂ ਦੁਖੀ ਹੁੰਦੇ ਹੋ, ਤਾਂ ਉਸ ਟਾਈਮ ਤੁਹਾਨੂੰ ਉਹ ਸਹਾਰਾ ਦਿੰਦਾ ਹੈ। ਤਾਂ ਇੱਕ ਨਿੱਘ ਦੀ ਤਰ੍ਹਾਂ, ਦੋਸਤੀ ਦੀ ਨਿੱਘ ਸਾਨੂੰ ਮਹਿਸੂਸ ਹੁੰਦੀ ਹੈ ਉਸ ਕੋਲ ਜਾ ਕੇ, ਕਿਉਂਕਿ ਤੁਸੀਂ ਉਸ ਕੋਲ ਉਦੋਂ ਆਉਂਦੇ ਹੋ ਫੋਰ ਯੂ ਕਮ ਟੂ ਹਿਮ ਵਿਦ ਯੋਰ ਹੰਗਰ, ਜਦੋਂ ਤੁਸੀਂ ਭੁੱਖੇ ਹੁੰਦੇ ਹੋ। ਹੁਣ ਇੱਥੇ ਭੁੱਖੇ ਦਾ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਸਪੋਜ਼ ਕਰੋ ਸਾਨੂੰ ਭੁੱਖ ਲੱਗੀ ਹੈ, ਕੋਈ ਚੀਜ਼ ਖਾਣ ਦੀ ਸਾਨੂੰ ਇੱਛਾ ਹੈ, ਜਾਂ ਈਵਨ ਕਿ ਤੁਸੀਂ ਨੌਲੇਜ ਦੀ ਭੁੱਖ ਵੀ ਕਹਿ ਸਕਦੇ ਹੋ। ਸਪੋਜ਼ ਕਰੋ ਤੁਹਾਨੂੰ ਕੋਈ ਚੀਜ਼ ਨਹੀਂ ਸਮਝ ਆਈ, ਤਾਂ ਕਈ ਵਾਰੀ ਤੁਸੀਂ ਇਹ ਸੋਚਦੇ ਹੋ ਕਿ ਆਪਾਂ ਆਪਣੇ ਫਰੈਂਡ ਕੋਲ ਜਾਈਏ ਤਾਂ ਸਾਨੂੰ ਉਹ ਚੀਜ਼ ਚੰਗੀ ਤਰ੍ਹਾਂ ਸਮਝ ਆ ਜਾਏਗੀ। ਤਾਂ ਜਿਸ ਟਾਈਮ ਤੁਸੀਂ ਇਸ ਤਰ੍ਹਾਂ ਦੀ ਕੰਡੀਸ਼ਨ ਤੇ ਹੁੰਦੇ ਹੋ, ਤਾਂ ਵੀ ਤੁਸੀਂ ਆਪਣੇ ਫਰੈਂਡ ਕੋਲ ਜਾਂਦੇ ਹੋ ਐਂਡ ਯੂ ਸੀਕ ਹਿਮ ਫॉर ਪੀਸ। ਅਤੇ ਜਦੋਂ ਤੁਸੀਂ ਮੰਨ ਲਓ ਬਹੁਤ ਹੀ ਜ਼ਿਆਦਾ ਦੁਖੀ ਹੋ ਜਾਂ ਤੁਹਾਡਾ ਮਨ ਸ਼ਾਂਤ ਨਹੀਂ ਹੈ, ਤਾਂ ਤੁਸੀਂ ਸ਼ਾਂਤੀ ਲਈ ਵੀ ਉਸ ਕੋਲ ਜਾਂਦੇ ਹੋ। ਅਤੇ ਸੀਕ ਦਾ ਮਤਲਬ ਹੁੰਦਾ ਟਰਾਈ ਟੂ ਫਾਈਂਡ ਆਊਟ, ਠੀਕ ਹੈ। ਤਾਂ ਉਸ ਟਾਈਮ ਤੁਸੀਂ ਕਿਹਨੂੰ ਲੱਭਦੇ ਹੋ? ਆਪਣੇ ਫਰੈਂਡ ਨੂੰ ਲੱਭਦੇ ਹੋ। ਜਿਸ ਟਾਈਮ ਤੁਸੀਂ ਦੁਖੀ ਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਹੁੰਦਾ ਕਿ ਮੈਂ ਆਪਣੇ ਦੋਸਤ ਕੋਲ ਜਾਵਾਂ ਤਾਂ ਕਿ ਮੈਨੂੰ ਉੱਥੇ ਜਾ ਕੇ ਇੱਕ ਤਰ੍ਹਾਂ ਦੀ ਸ਼ਾਂਤੀ ਮਿਲੇ। ਹਾਂਜੀ ਬੱਚਿਓ, ਪੋਇਟ ਅੱਗੇ ਕਹਿੰਦਾ ਹੈ ਕਿ ਵੈਨ ਯੂਰ ਫਰੈਂਡ ਸਪੀਕਸ ਹਿਜ਼ ਮਾਈਂਡ ਯੂ ਫੀਅਰ ਨੋਟ ਦਾ ਨੇ ਇਨ ਯੂਰ ਓਨ ਮਾਈਂਡ ਐਂਡ ਨੋਰ ਡੂ ਯੂ ਵਿਦਹੋਲਡ ਦਾ ਏ। ਇਹਨਾਂ ਲਾਈਨਾਂ ਦੇ ਵਿੱਚ ਬੱਚਿਓ ਤੁਸੀਂ ਦੋ ਵਰਡਸ ਦੇਖੋ ਆਏ ਨੇ ਕੋਰਸ 'ਤੇ ਲਿਖੇ, ਇੱਕ ਤਾਂ ਨੇ ਹੈ, ਇੱਕ ਏ ਹੈ। ਸਿੰਪਲ ਜਿਹਾ ਮਤਲਬ ਹੈ, ਨੇ ਦਾ ਮਤਲਬ ਨੋ ਹੁੰਦਾ ਹੈ ਅਤੇ ਏ ਦਾ ਮਤਲਬ ਯੈਸ ਹੁੰਦਾ ਹੈ। ਓਲਡ ਇੰਗਲਿਸ਼ ਦੇ ਵਿੱਚ ਇਹ ਕਮਿਊਨੀਕੇਸ਼ਨ ਦੇ ਵਿੱਚ ਇਹ ਵਰਡ ਯੂਜ਼ ਕੀਤੇ ਜਾਂਦੇ ਸੀ। ਜੇ ਤੁਸੀਂ ਅੱਜ ਕੱਲ੍ਹ ਵੀ ਕੋਈ ਪੁਰਾਣੇ ਕਲਚਰ 'ਤੇ ਬਣਿਆ ਕੋਈ ਇੰਗਲਿਸ਼ ਸੀਰੀਜ਼ ਦੇਖੋ ਤਾਂ ਉੱਥੇ ਨੇ ਆਏ ਤੁਹਾਨੂੰ ਸੁਣਨ ਨੂੰ ਮਿਲ ਜਾਣਗੇ। ਅੱਜ ਕੱਲ੍ਹ ਇਹ ਯੂਜ਼ ਨਹੀਂ ਹੁੰਦੇ, ਬਟ ਇੱਥੇ ਪੋਇਟ ਨੇ ਯੂਜ਼ ਕੀਤੇ ਨੇ। ਹੁਣ ਕਈ ਵਾਰੀ ਕੀ ਹੁੰਦਾ ਬੇਟਾ ਕਿ ਤੁਹਾਡਾ ਫਰੈਂਡ ਤੁਹਾਡੇ ਕੋਲੇ ਆ ਕੇ ਆਪਣੇ ਦਿਲ ਦਾ ਹਾਲ ਸੁਣਾਉਂਦਾ ਹੈ। ਵੈਨ ਯੂਅਰ ਫਰੈਂਡ ਸਪੀਕਸ ਹਿਜ਼ ਮਾਈਂਡ ਦਾ ਮਤਲਬ ਉਹ ਦਿਲ ਖੋਲ੍ਹ ਕੇ ਤੁਹਾਡੇ ਅੱਗੇ ਗੱਲਾਂ ਕਰਦਾ।
ਤਾਂ ਹੁਣ ਦੋ ਗੱਲਾਂ ਹੋ ਸਕਦੀਆਂ ਨੇ, ਜਾਂ ਤਾਂ ਫਰੈਂਡ ਮਤਲਬ ਜਦੋਂ ਕਿਉਂਕਿ ਆ ਕੇ ਤੁਹਾਨੂੰ ਉਹ ਕੁਝ ਗੱਲਾਂ ਦੱਸ ਰਿਹਾ ਹੈ, ਜਾਂ ਤਾਂ ਉਹਦੀਆਂ ਗੱਲਾਂ ਸਹੀ ਨੇ, ਜਾਂ ਹੋ ਸਕਦਾ ਹੈ ਉਹ ਗੱਲਾਂ ਸਹੀ ਨਹੀਂ ਹੈਗੀਆਂ। ਤਾਂ ਉਸ ਟਾਈਮ ਸਾਨੂੰ ਸੱਚ ਬੋਲਣਾ ਚਾਹੀਦਾ ਆਪਣੇ ਫਰੈਂਡ ਦੇ ਲਈ, ਕਿਉਂਕਿ ਉਹ ਸਾਡਾ ਸੱਚਾ ਦੋਸਤ ਹੈ। ਜੇ ਤਾਂ ਉਹਦਾ ਡਿਸੀਜ਼ਨ ਸਹੀ ਹੈ ਤਾਂ ਸਾਨੂੰ ਉਸਦੇ ਨਾਲ ਖੜਨਾ ਚਾਹੀਦਾ ਹੈ। ਵੀ ਸ਼ੁੱਡ ਸੇ ਯੈਸ, ਯੂ ਆਰ ਰਾਈਟ, ਠੀਕ ਹੈ। ਤਾਂ ਮਤਲਬ ਉਸਦੇ ਨਾਲ ਸਾਨੂੰ ਖੜਨਾ ਚਾਹੀਦਾ ਤੇ ਸਾਨੂੰ ਉਸਦੀ ਸਪੋਰਟ ਕਰਨੀ ਚਾਹੀਦੀ ਹੈ। ਪਰ ਜੇਕਰ ਸਾਨੂੰ ਲੱਗੇ ਉਸਦੀਆਂ ਗੱਲਾਂ ਤੋਂ ਕਿ ਜਿਹੜਾ ਸਾਡਾ ਫਰੈਂਡ ਹੈ ਉਹ ਸਹੀ ਨਹੀਂ ਹੈ, ਜਾਂ ਉਹ ਗਲਤ ਪਾਸੇ ਜਾ ਰਿਹਾ ਹੈ, ਜਾਂ ਉਸਦਾ ਡਿਸੀਜ਼ਨ ਜੋ ਲੈ ਰਿਹਾ ਗਲਤ ਹੈ, ਤਾਂ ਸਾਨੂੰ ਨੋ ਵੀ ਕਹਿਣਾ ਚਾਹੀਦਾ ਉਸਨੂੰ। ਇਹ ਨਹੀਂ ਕਿ ਸਾਡਾ ਜੇ ਉਹ ਫਰੈਂਡ ਹੈ ਤਾਂ ਅਸੀਂ ਉਹਦੀ ਹਰ ਗੱਲ 'ਚ ਹਾਂ 'ਚ ਹਾਂ ਮਿਲਾਈ ਜਾਈਏ, ਨਹੀਂ। ਸਾਨੂੰ ਉਸਨੂੰ ਨੋ ਕਹਿਣ ਦੀ ਵੀ ਆਦਤ ਹੋਣੀ ਚਾਹੀਦੀ ਹੈ ਜੇਕਰ ਉਹ ਗਲਤ ਹੈ, ਕਿਉਂਕਿ ਅਸੀਂ ਉਸਦੇ ਸੱਚੇ ਦੋਸਤ ਹੈ, ਸਾਨੂੰ ਸੱਚੀ ਦੋਸਤੀ ਦਾ ਫਰਜ਼ ਅਦਾ ਕਰਨਾ ਚਾਹੀਦਾ। ਤਾਂ ਇਹਨਾਂ ਲਾਈਨਾਂ ਦੇ ਵਿੱਚ ਕਵੀ ਨੇ ਇਹ ਗੱਲ ਕਹੀ ਹੈ। ਅੱਗੇ ਕਿ when he is silent your heart ceases not to listen to his heart। ਹੁਣ ਕਵੀ ਕਹਿੰਦਾ ਹੈ ਕਿ ਠੀਕ ਹੈ, ਕਈ ਵਾਰੀ ਕੰਡੀਸ਼ਨ ਇਦਾਂ ਦੀ ਵੀ ਹੋ ਜਾਂਦੀ ਹੈ ਕਿ ਤੁਹਾਡਾ ਫਰੈਂਡ ਆ ਕੇ ਤੁਹਾਡੇ ਕੋਲ ਚੁੱਪ ਕਰਕੇ ਬੈਠ ਗਿਆ। ਉੱਪਰਲੇ ਪੈਰੇ 'ਚ ਤਾਂ ਦੇਖੋ ਤੁਹਾਡੇ ਨਾਲ ਆ ਕੇ ਉਸਨੇ ਗੱਲਾਂ ਕੀਤੀਆਂ, ਦਿਲ ਖੋਲ ਕੇ ਗੱਲਾਂ ਕੀਤੀਆਂ, ਯਾਨੀ ਕਿ ਇੱਥੇ ਵਰਬਲ ਲੈਂਗੁਏਜ ਜਿਹੜੀ ਹੈ ਉਹ ਯੂਜ਼ ਹੋਈ ਹੈ ਤੁਹਾਡੇ ਦੋਨਾਂ ਦੇ ਵਿਚਕਾਰ। ਵਰਬਲ ਮਤਲਬ ਕਿ ਸ਼ਬਦਾਂ ਦਾ ਆਦਾਨ ਪ੍ਰਦਾਨ ਹੋਇਆ ਹੈ। ਲੇਕਿਨ ਹੁਣ ਕੀ ਹੈ, ਹੁਣ ਆ ਕੇ ਚੁੱਪ ਕਰਕੇ ਬੈਠ ਗਿਆ, ਹੀ ਸਾਇਲੈਂਟ, ਕੁਝ ਨਹੀਂ ਬੋਲ ਰਿਹਾ। ਤਾਂ ਤੁਹਾਡਾ ਜਿਹੜਾ ਜੇ ਤੁਸੀਂ ਉਸਦੇ ਸੱਚੇ ਦੋਸਤ ਹੋ ਤਾਂ ਤੁਹਾਨੂੰ ਉਸਦੀ ਸਾਇਲੈਂਸ ਨੂੰ, ਉਸਦੀ ਚੁੱਪ ਨੂੰ ਵੀ ਚੁੱਪ 'ਚੋਂ ਵੀ ਉਸਦੇ ਜਿਹੜੇ ਉਸਦਾ ਜੋ ਅਰਥ ਹੈ ਉਹ ਕੀ ਕਹਿਣਾ ਚਾਹੁੰਦਾ ਹੈ ਉਸਨੂੰ ਸਮਝਣਾ ਚਾਹੀਦਾ ਹੈ। ਤਾਂ ਉਸਦੇ ਦਿਲ ਨੂੰ ਟਟੋਲਣਾ ਚਾਹੀਦਾ ਹੈ ਕਿ ਉਹ ਕਹਿਣਾ ਕੀ ਚਾਹੁੰਦਾ ਹੈ। ਇਹ ਨਹੀਂ ਕਿ ਅਸੀਂ ਉਸਨੂੰ ਇਹ ਕਹੀਏ ਕਿ ਹਾਂ ਤੂੰ ਬੋਲਦਾ ਕਿਉਂ ਨਹੀਂ, ਬੋਲ ਬੋਲ, ਨਹੀਂ। ਸਾਨੂੰ ਉਸਦੀ ਚੁੱਪ ਨੂੰ ਵੀ ਸਮਝਣਾ ਚਾਹੀਦਾ ਹੈ, ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਬਿਨਾਂ ਜਦੋਂ ਸਾਡੇ ਦੋਸਤੀ ਦੇ ਵਿੱਚ ਵਰਡਸ ਯੂਜ਼ ਨਹੀਂ ਹੁੰਦੇ, ਵਰਬਲ ਲੈਂਗੁਏਜ ਯੂਜ਼ ਨਹੀਂ ਹੁੰਦੀ, ਤਾਂ ਕਈ ਵਾਰੀਆਂ ਉਸਦੀਆਂ ਸਾਰੀਆਂ ਸੋਚਾਂ, ਆਲ ਥੋਟਸ, ਆਲ ਡਿਜ਼ਾਇਰਸ, ਜੋ ਵੀ ਉਹ ਕੁਛ ਮੰਗਦਾ ਹੈ ਆਪਣੇ ਲਈ, ਜਾਂ ਆਲ ਐਕਸਪੈਕਟੇਸ਼ਨਸ, ਜਾਂ ਜੋ ਉਸਦੀਆਂ ਆਸਾਂ ਨੇ, ਉਹ ਸਾਡੀਆਂ ਕਾਮਨ ਹੁੰਦੀਆਂ ਨੇ, ਬੋਰਨ ਐਂਡ ਸ਼ੇਅਰਡ, ਸਾਡੇ ਦੋਨਾਂ ਦੀਆਂ ਕਾਮਨ ਹੁੰਦੀਆਂ ਨੇ, ਉਹ ਵੱਖਰੀਆਂ ਨਹੀਂ ਹੈਗੀਆਂ, ਕਿਉਂਕਿ ਉਹ ਸਾਡਾ ਸੱਚਾ ਦੋਸਤ ਹੈ। ਕਿਉਂਕਿ ਸਾਨੂੰ ਉਹ ਆ ਕੇ ਕੁਝ ਬੋਲਿਆ ਨਹੀਂ ਹੈ, ਸਾਡੇ ਕੋਲੇ ਚੁੱਪ ਕਰਕੇ ਬੈਠ ਗਿਆ, ਤਾਂ ਅਸੀਂ ਜੇ ਉਸਦੇ ਸੱਚੇ ਦੋਸਤ ਹੈ ਤਾਂ ਸਾਨੂੰ ਉਸਦੀ ਚੁੱਪ ਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ, ਆਲ ਥੋਟਸ, ਆਲ ਡਿਜ਼ਾਇਰਸ, ਆਲ ਐਕਸਪੈਕਟੇਸ਼ਨਸ, ਜਿਹੜੀਆਂ ਨੇ ਸਾਨੂੰ ਸਮਝਣੀਆਂ ਚਾਹੀਦੀਆਂ ਨੇ ਵੀ ਉਹ ਕਹਿਣਾ ਕੀ ਚਾਹੁੰਦਾ ਹੈ। ਬਿਨਾਂ ਉਸਦੇ ਕਹੇ ਸਾਨੂੰ ਉਸਦੇ ਗੱਲਾਂ ਦਾ ਅਰਥ, ਜੋ ਉਸਦੇ ਮਨ ਦੀਆਂ ਗੱਲਾਂ ਨੇ, ਉਹਨਾਂ ਨੂੰ ਸਮਝਣਾ ਚਾਹੀਦਾ ਹੈ। ਤਾਂ ਹੀ ਅਸਲੀ ਇੰਜੋਇਮੈਂਟ ਹੈ ਦੋਸਤੀ ਦੀ, ਉਸ ਨੂੰ ਕਦੇ ਸੋਚ ਪਾਵਾਂਗੇ ਵੀ ਉਹ ਕਹਿਣਾ ਕੀ ਚਾਹੁੰਦਾ ਹੈ। ਤਾਂ ਬੇਟਾ ਇਹਨਾਂ ਲਾਈਨਾਂ ਦੇ ਵਿੱਚ ਉਸਨੇ ਨੋਨ ਵਰਬਲ ਲੈਂਗੁਏਜ ਦਾ ਜਿਹੜਾ ਹੈ ਉਹ ਜ਼ਿਕਰ ਕੀਤਾ ਹੈ ਕਿ ਕਈ ਵਾਰੀ ਦੋਸਤੀ ਦੇ ਵਿੱਚ ਨੋਨ ਵਰਬਲ ਲੈਂਗੁਏਜ ਵੀ ਬਹੁਤ ਮੈਟਰ ਕਰਦੀ ਹੈ। ਕਈ ਵਾਰੀ ਦੋਸਤ ਆਪਸ 'ਚ ਗੱਲ ਨਹੀਂ ਕਰਦੇ, ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਆਪਸ 'ਚ ਲੜੇ ਹੋਏ ਨੇ, ਨਹੀਂ। ਕਈ ਵਾਰੀ ਹਾਲਾਤ ਇਹੋ ਜਿਹੇ ਹੁੰਦੇ ਨੇ ਕਿ ਕੋਈ ਦੋਸਤ ਇੰਨਾ ਜ਼ਿਆਦਾ ਦੁਖੀ ਹੁੰਦਾ ਹੈ, ਤੁਹਾਡੇ ਕੋਲੇ ਆਉਂਦਾ ਹੈ, ਉਹ ਬੋਲ ਨਹੀਂ ਪਾਉਂਦਾ, ਤਾਂ ਤੁਹਾਨੂੰ ਉਸ ਚੁੱਪ ਨੂੰ ਵੀ ਸਮਝਣਾ ਚਾਹੀਦਾ ਕਿ ਕਹਿਣਾ ਕੀ ਚਾਹੁੰਦਾ ਹੈ। ਤੇ ਜੇਕਰ ਉਹ ਆ ਕੇ ਆਪਣੇ ਅੱਗੇ ਦਿਲ ਖੋਲ ਕੇ ਦੱਸਦਾ ਤਾਂ ਵੈਰੀ ਗੁੱਡ, ਤਾਂ ਬਹੁਤ ਵਧੀਆ ਗੱਲ ਹੈ। ਤਾਂ ਸਾਨੂੰ ਉਸਦੀ ਜੋ ਸਹੀ ਡਿਸੀਜ਼ਨ ਹੈ ਉਸ ਦੇ ਬਾਰੇ ਸਾਨੂੰ ਆਪਣਾ ਫੈਸਲਾ ਦੇਣਾ ਚਾਹੀਦਾ। ਹੁਣ ਪੋਇਟ ਕਹਿੰਦਾ ਹੈ ਕਿ ਵੈਨ ਯੂ ਪਾਰਟ ਫਰੋਮ ਯੋਰ ਫਰੈਂਡ ਯੂ ਗਰੀਵ ਨਾਟ। ਕਹਿੰਦੇ ਮੰਨ ਲਓ ਤੁਸੀਂ ਆਪਣੇ ਦੋਸਤ ਤੁਹਾਡੇ ਤੋਂ ਦੂਰ ਚਲਾ ਗਿਆ, ਵੈਨ ਯੂ ਪਾਰਟ ਫਰੋਮ ਯੋਰ ਫਰੈਂਡ, ਤੁਸੀਂ ਆਪਣੇ ਦੋਸਤ ਤੋਂ ਵੱਖ ਹੋ ਗਏ। ਇੱਥੇ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਲੜ ਪਏ ਆਪਸ, ਨਹੀਂ। ਕਈ ਵਾਰੀ ਹਾਲਾਤ ਐਸੇ ਹੋ ਜਾਂਦੇ ਨੇ ਕਿ ਤੁਹਾਡੇ ਦੋਸਤ ਨੂੰ ਤੁਹਾਡੇ ਤੋਂ ਦੂਰ ਜਾਣਾ ਪੈਂਦਾ ਹੈ ਕਿਸੇ ਕੰਮ ਦੇ ਸਿਲਸਿਲੇ 'ਚ, ਜਾਂ ਕੋਈ ਉਸਦੀ ਮਜਬੂਰੀ ਹੈ। ਤਾਂ ਤੁਹਾਨੂੰ ਦੁਖੀ ਨਹੀਂ ਹੋਣਾ ਚਾਹੀਦਾ। ਯੂ ਗਰੀਵ ਨਾਟ, ਗਰੀਵ ਦਾ ਮਤਲਬ ਦੁਖੀ ਹੋਣਾ, ਤੁਹਾਨੂੰ ਦੁਖੀ ਨਹੀਂ ਹੋਣਾ ਚਾਹੀਦਾ। ਕਿਉਂ? ਇਸ ਦਾ ਆਨਸਰ ਉਹ ਅਗਲੀਆਂ ਲਾਈਨਾਂ 'ਚ ਦਿੰਦਾ ਹੈ, ਫॉर दैट which you love most in him may be clearer in his absence as the mountain to the climber is clearer from the plain। ਕਹਿੰਦੇ ਹੋ ਸਕਦਾ ਹੈ ਜਦੋਂ ਤੁਹਾਡਾ ਦੋਸਤ ਤੁਹਾਡੇ ਤੋਂ ਦੂਰ ਹੋਵੇ, ਫਿਰ ਤੁਹਾਨੂੰ ਆਪਣੀ ਦੋਸਤੀ, ਜੋ ਉਸ ਦੋਸਤ ਦੀ ਦੋਸਤੀ ਹੈ ਉਸਦੀ ਬੁੱਕਤ ਸਮਝ ਆਵੇ, ਉਸਦੀ ਅਸਲੀ ਜੋ ਕੀਮਤ ਹੈ ਉਹ ਸਮਝ ਆਵੇ। ਯੂ ਲਵ ਮੋਸਟ ਇਨ ਹਿਮ, ਜੋ ਤੁਸੀਂ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਜੋ ਦੇਖਦੇ ਹੋ, ਜੋ ਉਸ ਨੂੰ ਪਸੰਦ ਕਰਦੇ ਹੋ, ਫਿਰ ਤੁਹਾਨੂੰ ਉਸਦੀ ਐਬਸੈਂਸ ਦੇ ਵਿੱਚ ਇਹ ਕਲੀਅਰ ਹੋਵੇ। ਦੇਖੋ ਇੱਥੇ ਕਲੀਅਰਰ, ਸੈਕਿੰਡ ਡਿਗਰੀ ਆਫ ਕਲੀਅਰ ਲਗਾਈ ਹੋਈ ਹੈ ਕਿ ਉਸਦੀ ਐਬਸੈਂਸ ਦੇ ਵਿੱਚ, ਜਦੋਂ ਤੁਹਾਡੇ ਕੋਲੇ ਨਹੀਂ ਹੋਏਗਾ, ਫਿਰ ਤੁਹਾਨੂੰ ਉਸ ਆਪਣੀ ਦੋਸਤ ਦੀ ਅਹਿਮੀਅਤ ਦਾ ਅਹਿਸਾਸ ਹੋਏਗਾ ਕਿ ਦੋਸਤ ਸਾਡੇ ਲਈ ਹੈ ਕੀ ਹੈ। ਇਹ ਕਈ ਵਾਰੀ ਹੁੰਦਾ ਬੱਚਿਓ ਕਿ ਕੋਈ ਇਨਸਾਨ ਸਾਡੇ ਕੋਲੇ ਹੁੰਦਾ ਹੈ ਤਾਂ ਸਾਨੂੰ ਉਸ ਟਾਈਮ ਉਸ ਇਨਸਾਨ ਦੀ ਅਸਲੀ ਕੀਮਤ ਦਾ ਪਤਾ ਨਹੀਂ ਚੱਲਦਾ, ਪਰ ਜਦੋਂ ਉਹ ਇਨਸਾਨ ਸਾਡੇ ਤੋਂ ਥੋੜ੍ਹੀ ਦੇਰ ਲਈ ਦੂਰ ਚਲਾ ਜਾਂਦਾ, ਫਿਰ ਅਸੀਂ ਉਸਨੂੰ ਬਹੁਤ ਜ਼ਿਆਦਾ ਮਿਸ ਕਰਦੇ ਹਾਂ। ਇੱਥੇ ਮਿਸ ਕਰਨ ਵਾਲੀ ਗੱਲ ਹੈ। ਤੇ ਇੱਥੇ ਕਵੀ ਨਾ ਇੱਕ ਸਿਮਿਲੀ ਵੀ ਯੂਜ਼ ਕਰਦਾ। ਦੇਖੋ ਐਜ਼ ਲੱਗਿਆ ਹੋਇਆ, ਤੁਹਾਨੂੰ ਪਤਾ ਜਦੋਂ ਵੀ ਐਜ਼ ਯੂਜ਼ ਕੀਤਾ ਜਾਂਦਾ, ਇੱਕ ਦੋ
ਦੋ ਚੀਜ਼ਾਂ ਦੇ ਵਿੱਚ ਡਾਇਰੈਕਟ ਕੰਪੈਰੀਜ਼ਨ ਹੁੰਦਾ ਹੈ, ਤਾਂ ਇੱਥੇ ਉਸਨੇ ਇੱਕ ਸਿਮਲੀ ਯੂਜ਼ ਕੀਤੀ ਹੈ। ਸਿਮਲੀ ਕਿਵੇਂ ਯੂਜ਼ ਕੀਤੀ ਹੈ? ਉਹ ਕਹਿੰਦੇ ਜਿਵੇਂ ਇੱਕ ਕਲਾਈਂਬਰ ਹੈ, ਕੋਈ ਕਲਾਈਂਬਰ ਮਤਲਬ ਜੋ ਪਹਾੜੀਆਂ ਵਗੈਰਾ ਚੜ੍ਹਦਾ ਹੈ, ਉਹ ਕਲਾਈਂਬਰ ਜਿਹੜਾ ਹੈ ਉਸਨੇ ਇੱਕ ਮਾਊਂਟੇਨ ਦੇ ਅੱਗੇ ਖੜਾ ਹੈ, ਉਹ ਕਿਸੇ ਪਹਾੜੀ ਦੇ ਅੱਗੇ ਖੜਾ ਹੈ, ਪਲੇਨ ਤੇ ਖੜਾ ਹੈ, ਜਗ੍ਹਾ ਤੇ ਖੜਾ ਹੈ, ਤੇ ਉਸਨੂੰ ਮਾਊਂਟੇਨ ਦਿਖ ਰਹੀ ਹੈ। ਤਾਂ ਉਸ ਟਾਈਮ ਉਹਨੂੰ ਮਾਊਂਟੇਨ ਪੂਰੀ ਬਹੁਤ ਹੀ ਜ਼ਿਆਦਾ ਕਲੀਅਰ ਦਿਖ ਰਹੀ ਹੈ, ਬਿਕੋਜ਼ ਹੀ ਇਜ਼ ਵਾਚਿੰਗ ਦਾ ਮਾਊਂਟੇਨ ਫਰੋਮ ਦਾ ਪਲੇਨ। ਪਰ ਜੇਕਰ ਉਹ ਹੁਣ ਮਾਊਂਟੇਨ ਤੇ ਚੜ੍ਹਨਾ ਸ਼ੁਰੂ ਕਰ ਦੇ, ਫਿਰ ਸ਼ਾਇਦ ਉਸ ਨੂੰ ਮਾਊਂਟੇਨ ਪੂਰੀ ਤਰ੍ਹਾਂ ਸਹੀ ਨਾ ਦਿਖੇ। ਬਿਲਕੁਲ ਉਸੇ ਤਰ੍ਹਾਂ ਜਦੋਂ ਸਾਡੇ ਕੋਲੇ ਸਾਡਾ ਦੋਸਤ ਹੁੰਦਾ ਹੈ, ਅਸੀਂ ਉਸ ਟਾਈਮ ਉਸ ਦੀ ਅਸਲੀ ਬੁੱਕਤ ਦਾ ਅੰਦਾਜ਼ਾ ਨਹੀਂ ਲਗਾ ਪਾਉਂਦੇ, ਪਰ ਜਦੋਂ ਸਾਡੇ ਤੋਂ ਦੂਰ ਚਲਾ ਜਾਂਦਾ ਹੈ, ਫਿਰ ਸਾਨੂੰ ਪਤਾ ਲੱਗਦਾ ਹੈ ਕਿ ਉਹ ਸਾਡੇ ਲਈ ਕਿੰਨਾ ਜ਼ਿਆਦਾ ਜ਼ਰੂਰੀ ਹੈ। ਅੱਗੇ ਜੀ, ਐਂਡ ਲੈਟ ਦੇयर ਬੀ no purpose in friendship save the deepening of the spirit। ਕਹਿੰਦੇ ਵੀ ਜਦੋਂ ਵੀ ਦੋ ਦੋਸਤਾਂ ਦੇ ਵਿੱਚ ਕਦੇ ਦੋਸਤੀ ਹੁੰਦੀ ਹੈ, ਤਾਂ ਉਹਨਾਂ ਦੇ ਆਪਸੀ ਨਿੱਜੀ ਸਵਾਰਥ ਨਹੀਂ ਹੋਣੇ ਚਾਹੀਦੇ ਦੋਸਤੀ ਦੇ ਵਿੱਚ। ਨੋ ਪਰਪਸ, ਕਿਸੇ ਤਰ੍ਹਾਂ ਦਾ ਕੋਈ ਪਰਪਸ ਨਹੀਂ ਹੋਣਾ ਚਾਹੀਦਾ। ਸਾਡਾ ਕੋਈ ਦੋਸਤ ਬਣਦਾ ਹੈ ਤਾਂ ਅਸੀਂ ਇਹ ਦੇਖ ਕੇ ਥੋੜੀ ਕਿ ਦੋਸਤੀ ਬਣਾਉਂਦੇ ਹਾਂ ਵੀ ਸਾਨੂੰ ਕੋਈ ਫਾਇਦਾ ਹੋਊਗਾ ਇਕਨੋਮਿਕਲੀ ਜਾਂ ਕੋਈ ਹੋਰ ਫਾਇਦਾ, ਨਹੀਂ। ਸਾਡੀ ਦੋਸਤੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਨਿੱਜੀ ਸਵਾਰਥ ਨਹੀਂ ਹੋਣਾ ਚਾਹੀਦਾ, ਕਿਉਂਕਿ ਜਦੋਂ ਨਿੱਜੀ ਸਵਾਰਥ ਨਾ ਹੋਵੇ, ਫਿਰ ਜਿਹੜੀ ਉਹ ਸਪਿਰਿਟ ਹੈ, ਸਪਿਰਿਟ ਦਾ ਮਤਲਬ ਭਾਵਨਾ, ਜੋ ਦੋਸਤੀ ਦੀ ਭਾਵਨਾ ਹੈ, ਉਹ ਡੂੰਘੀ ਹੋ ਜਾਂਦੀ ਹੈ, ਡੀਪਨਿੰਗ ਹੋ ਜਾਂਦੀ ਹੈ, ਉਹ ਡੂੰਘੀ ਹੋ ਜਾਂਦੀ ਹੈ। ਇਸ ਕਰਕੇ ਦੋਸਤਾਂ ਦੇ ਵਿੱਚ ਕੋਈ ਸਵਾਰਥ ਨਹੀਂ ਹੋਣਾ ਚਾਹੀਦਾ। ਪਰ ਜੇਕਰ ਅਜਿਹਾ ਨਾ ਹੋਵੇ, ਫਿਰ ਉਹ ਅਗਲੇ ਲਾਈਨਾਂ 'ਚ ਕਹਿੰਦਾ, ਫॉर ਲਵ that seeks aught but the disclosure of its own mystery is not love but a net cast forth and only the unprofitable is caught। ਕਹਿੰਦੇ ਜੇਕਰ ਸਵਾਰਥਾਂ ਦੇ ਉੱਪਰ, ਸਵਾਰਥਾਂ ਦੀ ਬੁਨਿਆਦ ਦੇ ਉੱਪਰ ਦੋਸਤੀ ਖੜੀ ਹੁੰਦੀ ਹੈ, ਫਿਰ ਕੀ ਹੁੰਦਾ ਹੈ? ਕਹਿੰਦੇ ਉਹ ਕੋਈ ਪਿਆਰ ਨਹੀਂ ਹੁੰਦਾ, ਉਹ ਕੋਈ ਦੋਸਤੀ ਨਹੀਂ ਹੁੰਦੀ। ਇਜ਼ ਨੋਟ ਲਵ, ਉਹ ਕੋਈ ਦੋਸਤੀ ਨਹੀਂ ਹੁੰਦੀ। ਕੀ ਹੁੰਦਾ ਹੈ? ਇੱਕ ਤਰ੍ਹਾਂ ਦਾ ਉਹ ਇੱਕ, ਜਿਵੇਂ ਆਪਾਂ ਜਾਲ ਫੇਂਕਦੇ ਹਾਂ ਕਿਸੇ ਮਛਲੀ ਵਗੈਰਾ ਨੂੰ ਫੜਨ ਦੇ ਲਈ, ਤਾਂ ਉਹ ਇੱਕ ਤਰ੍ਹਾਂ ਦਾ ਜਾਲ ਫੇਂਕਿਆ ਗਿਆ ਹੁੰਦਾ ਹੈ, ਤੇ ਉਹਦੇ ਵਿੱਚ ਜੋ ਕੁਝ ਵੀ ਫਸਦਾ ਹੈ ਉਹ ਅਨਪ੍ਰੋਫਿਟੇਬਲ ਹੁੰਦਾ ਹੈ, ਮਤਲਬ ਕਿ ਕਿਸੇ ਨੂੰ ਕੋਈ, ਦੋਨੇ ਧਿਰਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ। ਕਹਿਣ ਦਾ ਮਤਲਬ ਇਹ ਹੋਇਆ ਕਿ ਸਾਡੀ ਦੋਸਤੀ ਜਿਹੜੀ ਹੈ ਉਹ ਕਿਸੇ ਵੀ ਤਰ੍ਹਾਂ ਦੀ ਸਵਾਰਥਾਂ ਦੇ ਉੱਪਰ ਬੇਸ ਨਹੀਂ ਹੋਣੀ ਚਾਹੀਦੀ। ਸਾਡੇ ਆਪਣੇ ਕੋਈ ਭੇਦ ਨਹੀਂ ਛੁਪੇ ਹੋਣੇ ਚਾਹੀਦੇ। ਮਿਸਟਰੀ ਦਾ ਮਤਲਬ ਇੱਥੇ ਭੇਦ ਹੁੰਦਾ ਹੈ, ਕੋਈ ਭੇਦ ਨਹੀਂ ਛੁਪੇ ਹੋਣੇ ਚਾਹੀਦੇ, ਕਿਉਂਕਿ ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਫਿਰ ਉਹ ਦੋਸਤੀ ਨਹੀਂ ਹੁੰਦੀ, ਸਗੋਂ ਇੱਕ ਤਰ੍ਹਾਂ ਦੇ ਉਹ ਜਾਲ ਦਾ ਕੰਮ ਕਰਦੀ ਹੈ, ਉਸ ਜਾਲ ਦਾ ਜਿਹਦੇ ਵਿੱਚ ਕੋਈ ਚੱਜ ਦੀ ਚੀਜ਼ ਤਾਂ ਫਸਦੀ ਹੋਣੀ। ਅਲਟੀਮੇਟਲੀ ਹੁੰਦਾ ਕੀ ਹੈ? ਉਹ ਦੋਸਤੀ ਦੀ ਤੰਦ ਇੰਨੀ ਜ਼ਿਆਦਾ ਨਾਜ਼ੁਕ ਹੁੰਦੀ ਹੈ ਕਿ ਬਹੁਤ ਜਲਦੀ ਟੁੱਟ ਜਾਂਦੀ ਹੈ। ਐਂਡ ਲੈਟ ਯੂਅਰ ਬੈਸਟ ਬੀ ਫॉर ਯੂਅਰ ਫਰੈਂਡ। ਪੋਇਟ ਨੇ ਬਹੁਤ ਹੀ ਸੋਹਣੀ ਲਾਈਨ ਲਿਖੀ ਹੈ। ਕਹਿੰਦੇ ਜੋ ਤੁਹਾਡੀ ਜ਼ਿੰਦਗੀ 'ਚ ਸਭ ਤੋਂ ਬੈਸਟ ਹੈ ਜਾਂ ਬੈਸਟ ਸਮਾਂ ਹੈ ਤੁਹਾਡੀ ਜ਼ਿੰਦਗੀ ਦਾ, ਉਹ ਆਪਣੇ ਫਰੈਂਡ ਲਈ ਰਹਿਣ ਦਿਓ। ਐਂਡ ਲੈਟ ਯੂਅਰ ਬੈਸਟ ਬੀ ਫॉर ਯੂਅਰ ਫਰੈਂਡ। ਬਹੁਤ ਹੀ ਸੋਹਣੀ ਲਾਈਨ। ਫਿਰ ਉਹ ਕਹਿੰਦਾ ਐਂਡ ਹੀ ਮਸਟ ਨੋ ਦਾ ਐਬ ਆਫ ਯੋਰ ਟਾਈਡ ਲੈਟ ਹਿਮ ਨੋ ਇਟਸ ਫਲੱਡ ਆਲਸੋ। ਤਾਂ ਬੱਚਿਓ, ਟਾਈਡ ਦਾ ਮਤਲਬ ਤੁਹਾਨੂੰ ਪਤਾ ਹੈ ਕਿ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਲਹਿਰ ਕਦੇ ਉੱਪਰ ਉੱਠਦੀ ਹੈ, ਕਦੇ ਨੀਚੇ ਜਾਂਦੀ ਹੈ, ਤਾਂ ਉਸਨੂੰ ਟਾਈਡ ਕਿਹਾ ਗਿਆ ਹੈ। ਤਾਂ ਇੱਥੇ ਐਕਚੁਅਲੀ ਟਾਈਡ ਸਾਡੀ ਜ਼ਿੰਦਗੀ ਨੂੰ ਕਿਹਾ ਗਿਆ ਕਿ ਜ਼ਿੰਦਗੀ 'ਚ ਉਤਾਰ ਚੜਾਵ ਆਉਂਦੇ ਰਹਿੰਦੇ ਨੇ। ਐਬ ਦਾ ਮਤਲਬ ਵੀ ਤੁਹਾਨੂੰ ਤੁਹਾਨੂੰ ਪਤਾ ਹੈ, ਐਬ ਦਾ ਮਤਲਬ ਉਤਾਰ ਹੁੰਦਾ ਹੈ। ਤਾਂ ਸਾਡੀ ਜ਼ਿੰਦਗੀ ਵਿੱਚ ਜਿਵੇਂ ਜੇ ਕੋਈ ਖੁਸ਼ੀਆਂ ਆਉਂਦੀਆਂ ਨੇ ਜਾਂ ਦੁੱਖ ਆਉਂਦੇ ਨੇ, ਤਾਂ ਸਾਡੇ ਫਰੈਂਡ ਨੂੰ ਪਤਾ ਹੋਣਾ ਚਾਹੀਦਾ। ਇਸ ਲਾਈਨ ਦਾ ਮਤਲਬ ਇਹ ਹੈ ਕਿ ਉਸਨੂੰ ਇਹ ਪਤਾ ਹੋਵੇ ਕਿ ਜੇਕਰ ਤੁਸੀਂ ਕਦੇ ਦੁਖੀ ਹੋ, ਐਬ ਆਫ ਯੋਰ ਟਾਈਡ ਦਾ ਮਤਲਬ ਇੱਥੇ ਹੈ ਕਿ ਜੇਕਰ ਸਪੋਜ਼ ਕਰੋ ਤੁਹਾਡੀ ਜ਼ਿੰਦਗੀ 'ਚ ਕਿਸੇ ਤਰ੍ਹਾਂ ਦਾ ਕੋਈ ਉਤਾਰ ਆਇਆ ਹੋਇਆ ਹੈ, ਤਾਂ ਉਸ ਦੇ ਬਾਰੇ ਵੀ ਉਸਨੂੰ ਪਤਾ ਹੋਣਾ ਚਾਹੀਦਾ ਹੈ। ਲੈਟ ਹਿਮ ਨੋ ਇਟਸ ਫਲੱਡ ਆਲਸੋ। ਜੇਕਰ ਕੋਈ ਤੁਹਾਡੀ ਜ਼ਿੰਦਗੀ 'ਚ ਬਹੁਤ ਵੱਡੀ ਖੁਸ਼ੀ ਹੈ ਜੋ ਤੁਹਾਡੇ ਤੋਂ ਸੰਭਾਲੀ ਨਹੀਂ ਸੰਭ ਰਹੀ, ਉਹਦਾ ਫਲੱਡ ਆ ਗਿਆ, ਉਹ ਵੀ ਤੁਹਾਨੂੰ ਉਹ ਤੁਹਾਡੇ ਦੋਸਤ ਨੂੰ ਉਹਦੇ ਬਾਰੇ ਪਤਾ ਹੋਣਾ ਚਾਹੀਦਾ। ਕਹਿਣ ਦਾ ਮਤਲਬ ਇਹ ਹੋਇਆ ਕਿ ਤੁਹਾਡੇ ਦੋਸਤ ਨੂੰ ਤੁਹਾਡੇ ਹਰ ਇੱਕ ਸੁੱਖ ਦੁੱਖ ਦਾ ਪਤਾ ਹੋਣਾ ਚਾਹੀਦਾ ਹੈ। ਇਹਨਾਂ ਲਾਈਨਾਂ ਦਾ ਮਤਲਬ ਇਹ ਹੈ। ਫਿਰ ਦੇਖੋ ਅੱਗੇ ਕਵੀ ਨੇ ਕਿੰਨਾ ਸੋਹਣੀਆਂ ਲਾਈਨ ਲਿਖੀਆਂ ਹਨ ਕਿ ਫॉर what is your friend that you should seek him with hours to kill, seek him always with hours to live। ਅੱਜ ਕੱਲ੍ਹ ਬੜਾ ਚੱਲ ਪਿਆ ਬੱਚਿਓ ਕਿ ਆਪਣੇ ਕੋਲੇ ਟਾਈਮ ਬਹੁਤ ਹੈ, ਘਰੇ ਬੈਠੇ ਹੈ, ਚਲੋ ਆਪਾਂ ਵਟਸਐਪ 'ਚ ਚੈਟਿੰਗ ਕਰੀਏ, ਕੋਈ ਹੋਰ ਗੱਲ ਤਾਂ ਹੈ ਨਹੀਂ, ਚਲੋ ਆਪਾਂ ਆਪਣਾ ਟਾਈਮ ਹੀ ਪਾਸ ਕਰ ਲਈਏ। ਆਸ ਟੂ ਕਿਲ, ਆਸ ਟੂ ਕਿਲ ਦਾ ਮਤਲਬ ਹੁੰਦਾ ਟਾਈਮ ਪਾਸ ਕਰਨਾ। ਆਸ ਟੂ ਕਿਲ, ਸਾਡਾ ਫਰੈਂਡ ਸਾਡੇ ਲਈ ਟਾਈਮ ਪਾਸ ਨਹੀਂ ਹੋਣਾ ਚਾਹੀਦਾ। ਇੱਥੇ ਲਾਈਨ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਸਾਡਾ ਜਿਹੜਾ ਫਰੈਂਡ ਹੈ ਉਹ ਸਾਡੇ ਲਈ ਟਾਈਮ ਪਾਸ ਨਹੀਂ ਹੋਣਾ ਚਾਹੀਦਾ। ਆਸ ਟੂ ਕਿਲ ਵੀ ਚਲੋ ਵਿਹਲੇ ਬੈਠੇ ਆ ਗੱਲਾਂ ਹੀ ਮਾਰ ਲਓ ਜਾਂ ਚੈਟਿੰਗ ਹੀ ਕਰ ਲਓ, ਨੋ। ਕਹਿੰਦੇ ਸਾਡਾ ਫਰੈਂਡ ਸਾਡੇ ਲਈ ਕੀ ਹੈਸੀਅਤ ਰੱਖਦਾ ਹੈ? ਆਸ ਟੂ ਲਿਵ, ਸਾਡੀ ਉਹ ਤਾਂ ਇੱਕ ਤਰ੍ਹਾਂ ਦਾ ਜਿਉਣ ਦਾ ਜ਼ਰੀਆ ਹੈ ਸਾਡਾ ਫਰੈਂਡ ਸਾਡੇ ਲਈ। ਆਸ ਟੂ ਲਿਵ ਮਤਲਬ ਅਸੀਂ ਤਾਂ ਆਪਣੇ ਫਰੈਂਡ ਦੇ ਨਾਲ ਆਪਣੀ ਜ਼ਿੰਦਗੀ ਜਿਉਣੀ ਹੈ, ਮਤਲਬ ਇਸ ਤਰ੍ਹਾਂ ਦਾ ਸਾਡਾ ਨਜ਼ਰੀਆ ਹੋਣਾ ਚਾਹੀਦਾ, ਨਾ ਕਿ ਆਸ ਟੂ ਕਿਲ।
ਫੋਰ ਇਟ ਇਜ਼ ਹਿਸ ਟੂ ਫਿਲ ਯੂਅਰ ਨੀਡ not your emptiness। ਇੱਥੇ ਕਵੀ ਇਹ ਵੀ ਕਹਿੰਦਾ ਹੈ ਕਿ ਜਿਵੇਂ ਆਪਾਂ ਉੱਪਰ ਵੀ ਬੱਚੇ ਪੜ੍ਹ ਚੁੱਕੇ ਕਿ ਸਾਡਾ ਜਿਹੜਾ ਫਰੈਂਡ ਹੈ ਸਾਡੇ ਲਈ ਟਾਈਮ ਪਾਸ ਨਹੀਂ ਹੈ, ਸਗੋਂ ਉਹ ਤਾਂ ਸਾਡੀ ਜ਼ਿੰਦਗੀ ਹੈ। ਤਾਂ ਇੱਥੇ ਕਵੀ ਇਹ ਕਹਿੰਦਾ ਹੈ ਕਿ ਜਿਹੜਾ ਫਰੈਂਡ ਹੈ ਉਹ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ, ਨਾ ਕਿ ਤੁਹਾਡੇ ਖਾਲੀਪਨ ਨੂੰ ਪੂਰੀ ਕਰਦਾ ਵੀ ਤੁਹਾਡੇ ਕੋਲ ਟਾਈਮ ਖਾਲੀ ਹੈ, ਵਿਹਲੇ ਹੋ ਤੁਸੀਂ, ਚਲੋ ਆਪਾਂ ਜਾ ਕੇ ਫਰੈਂਡ ਨਾਲ ਗੱਪਾਂ ਮਾਰ ਲਈਏ ਜਾਂ ਕੁਛ ਟਾਈਮ ਪਾਸ। ਨੋ, ਟਾਈਮ ਪਾਸ ਨਹੀਂ ਹੈ ਸਾਡਾ ਫਰੈਂਡ ਸਾਡੇ ਲਈ ਜ਼ਿੰਦਗੀ ਹੈ। ਅੱਗੇ, ਐਂਡ ਇਨ ਦਾ ਸਵੀਟਨੈਸ ਆਫ ਫਰੈਂਡਸ਼ਿਪ ਲੈਟ ਦੇयर ਬੀ ਲਾਫਟਰ ਐਂਡ ਸ਼ੇਅਰਿੰਗ ਆਫ ਪਲੇਜ਼ਰਸ। ਕਹਿੰਦੇ ਹੁਣ ਸਾਡੀ ਸੋਚ ਕੀ ਹੋਣੀ ਚਾਹੀਦੀ ਹੈ, ਸਾਡਾ ਕੋਈ ਸੱਚਾ ਦੋਸਤ ਹੈ, ਠੀਕ ਹੈ, ਉਸ ਫਰੈਂਡਸ਼ਿਪ ਦਾ ਫਾਇਦਾ ਤਾਂ ਹੀ ਹੈ ਜੇਕਰ ਸਾਡੀ ਫਰੈਂਡਸ਼ਿਪ ਦੇ ਵਿੱਚ ਲਾਫਟਰ ਹੋਵੇ, ਹਾਸਾ ਠਿੱਠਾ ਹੋਵੇ, ਚੰਗੀਆਂ ਗੱਲਾਂ ਹੋਣ ਅਤੇ ਅਸੀਂ ਜਿਹੜੇ ਆਪਣੇ ਸੁੱਖ ਹੈ, ਆਪਣੇ ਖੁਸ਼ੀ ਦੇ ਪਲ ਉਸ ਦੇ ਨਾਲ ਸ਼ੇਅਰ ਕਰੀਏ, ਸਾਂਝੇ ਕਰੀਏ। ਤਾਂ ਹੀ ਅਸੀਂ ਇਹ ਜਿਹੜੀ ਆਪਣੀ ਦੋਸਤੀ ਹੈ ਉਸਦੇ ਅਸਲੀ ਜੋ ਸਵੀਟਨੈਸ ਹੈ ਉਸ ਨੂੰ ਇੰਜੋਏ ਕਰ ਪਾਵਾਂਗੇ। ਲਾਸਟ ਲਾਈਨ ਦੇਖੋ, ਫॉर in the dew of little things the heart finds its morning and is refreshed। ਦੇਖੋ ਬੱਚਿਓ, ਇੱਥੇ ਜਿਵੇਂ ਕਿਹਾ ਗਿਆ ਕਿ ਜ਼ਿੰਦਗੀ ਬੜੀ, ਤੁਹਾਨੂੰ ਪਤਾ ਹੈ ਵੀ, ਮੁਸ਼ਕਲਾਂ ਭਰੀ ਹੁੰਦੀ ਹੈ। ਜੇਕਰ ਬੰਦਾ ਬਹੁਤ ਹੀ ਜ਼ਿਆਦਾ ਉਦਾਸ ਹੋਵੇ, ਦੁਖੀ ਹੋਵੇ, ਜੇਕਰ ਉਸ ਕੋਲੇ ਕੋਈ ਅੱਛਾ ਫਰੈਂਡ ਹੈ ਤਾਂ ਉਹ ਫਰੈਂਡ ਉਸਦੇ ਲਈ ਇੱਕ ਡਿਊ ਦੀ ਤਰ੍ਹਾਂ ਹੁੰਦਾ ਹੈ। ਡਿਊ ਦਾ ਮਤਲਬ ਤੁਹਾਨੂੰ ਪਤਾ ਹੁੰਦਾ ਹੈ ਔਸ, ਜਿਵੇਂ ਸਵੇਰ ਦੀ ਔਸ ਬਹੁਤ ਹੀ ਵਧੀਆ ਹੁੰਦੀ ਹੈ। ਤਾਂ ਜਿਵੇਂ ਔਸ ਸਾਨੂੰ, ਉਸ ਦੇ ਉੱਪਰ ਅਸੀਂ ਪੈਰ ਰੱਖੀਏ ਜਾਂ ਅਸੀਂ ਉਸ ਨੂੰ ਫੀਲ ਕਰੀਏ ਤਾਂ ਸਾਡਾ ਸਾਰਾ ਦਿਨ ਹੀ ਬਹੁਤ ਅੱਛਾ ਗੁਜ਼ਰਦਾ ਹੈ, ਜਾਂ ਅਸੀਂ ਬਿਲਕੁਲ ਰਿਫਰੈਸ਼ ਹੋ ਜਾਂਦੇ ਹਾਂ। ਸਾਡੀ ਜਿਵੇਂ ਮਾਰਨਿੰਗ ਪੂਰੀ ਤਰ੍ਹਾਂ ਤਾਜ਼ਗੀ ਨਾਲ ਭਰੀ ਹੁੰਦੀ ਹੈ, ਬਿਲਕੁਲ ਸਾਡਾ ਫਰੈਂਡ ਵੀ ਉਸੇ ਤਰ੍ਹਾਂ ਤਾਜ਼ਗੀ ਨਾਲ ਭਰਿਆ ਹੋਇਆ ਹੈ। ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਦੇ ਵਿੱਚ ਜੇਕਰ ਸਾਡਾ ਕੋਈ ਅੱਛਾ ਦੋਸਤ ਬਣਦਾ ਹੈ ਤਾਂ ਸਾਡੀ ਜ਼ਿੰਦਗੀ ਜਿਹੜੀ ਹੈ ਹਮੇਸ਼ਾ ਤਾਜ਼ਾ ਤਾਜ਼ਾ ਰਹਿੰਦੀ ਹੈ, ਬਹੁਤ ਹੀ ਵਧੀਆ ਰਹਿੰਦੀ ਹੈ। ਤਾਂ ਬੱਚਿਓ, ਇਸ ਤਰੀਕੇ ਨਾਲ ਅਸੀਂ ਇਹ ਜਿਹੜੀ ਪੋਇਮ ਹੈ ਇਸ ਨੂੰ ਪੂਰੀ ਤਰ੍ਹਾਂ ਰੀਡ ਕੀਤਾ ਹੈ। ਉਮੀਦ ਹੈ ਕਿ ਤੁਹਾਨੂੰ ਇਹ ਸਾਰੀ ਜਿਹੜੀ ਐਕਸਪਲੇਨੇਸ਼ਨ ਹੈ ਸਮਝ ਆ ਗਈ ਹੋਏਗੀ। ਬੱਚਿਓ, ਗਲੋਸਰੀ 'ਚ ਕੁਛ ਵਰਡਸ ਨੇ, ਬਹੁਤ ਹੀ ਥੋੜ੍ਹੇ ਵਰਡਸ ਨੇ, ਇਹਨਾਂ ਸਾਰਿਆਂ ਦੇ ਮੈਂ ਆਂਸਰਸ ਤੁਹਾਨੂੰ ਦੇ ਚੁੱਕਿਆ। ਤਾਂ ਤੁਸੀਂ ਇਹ ਗਲੋਸਰੀ ਆਪਣੀਆਂ ਕਾਪੀਜ਼ 'ਤੇ ਜ਼ਰੂਰ ਬਣਾ ਲੈਣੀ ਹੈ। ਕੋਸ਼ਿਸ਼ ਕਰਿਓ ਇਹਦੇ ਵਿੱਚ ਕੁਛ ਹੋਰ ਵਰਡਸ ਵੀ ਐਡ ਕਰ ਲਿਓ ਜੋ ਮੈਂ ਤੁਹਾਨੂੰ ਪੋਇਮਸ ਦੇ ਵਿੱਚ ਕਰਵਾਏ ਨੇ। ਫਿਰ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੁੰਦੀ ਹੈ ਤਾਂ ਤੁਸੀਂ ਮੇਰੇ ਨਾਲ ਵਟਸਐਪ 'ਤੇ ਕੰਟੈਕਟ ਕਰ ਸਕਦੇ ਹੋ। ਤਾਂ ਇਹ ਸਾਰਾ ਕੰਮ ਆਪਣੀਆਂ ਜੋ ਫੈਨ ਨੋਟਬੁੱਕਸ ਨੇ, ਜਿਵੇਂ ਮੈਂ ਤੁਹਾਨੂੰ ਸਟੈਂਜ਼ੇ 3 ਕਰਵਾਏ ਨੇ, ਤਿੰਨ ਤਰ੍ਹਾਂ ਮੈਂ ਤੁਹਾਨੂੰ ਉਹਨਾਂ ਨੂੰ ਕਰਵਾਇਆ, ਤੁਹਾਨੂੰ 3 ਸਟੈਂਜ਼ੇ 'ਚ। ਤਾਂ ਉਹ ਸਾਰੇ ਸਟੈਂਜ਼ੇ ਤੁਸੀਂ ਆਪਣੀ ਕਾਪੀਜ਼ 'ਤੇ ਨੋਟ ਕਰ ਲੈਣੇ ਨੇ। ਉਸ ਦੀ ਅੱਛੀ ਤਰ੍ਹਾਂ ਪੈਰਾਫਰੇਜ਼ ਕਰਕੇ ਮੈਨੂੰ ਉਸ ਦੀਆਂ ਪਿਕਸ ਜ਼ਰੂਰ ਭੇਜ ਦੇਣੀਆਂ ਹਨ। ਧੰਨਵਾਦ।